ਮੋਰਨਿੰਗ ਟੂ ਆਲ। ਅੱਜ ਦੇ ਲੈਕਚਰ ਵਿੱਚ ਅਸੀਂ ਸਮਾਜਿਕ ਅਧਿਐਨ ਦੇ ਅਧਿਆਪਨ ਅਤੇ ਦੇ ਮੰਤਵ ਅਤੇ ਉਦੇਸ਼ਾਂ 'ਤੇ ਚਰਚਾ ਕਰਾਂਗੇ। ਸਮਾਜਿਕ ਅਧਿਐਨ ਵਿੱਚ ਸਮਾਜ ਦਾ ਅਧਿਐਨ ਕੀਤਾ ਜਾਂਦਾ ਹੈ। ਸਮਾਜ ਦੇ ਨਾਲ ਹੀ ਉਸ ਦਾ ਸਿੱਖਿਆ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਸਿੱਖਿਆ ਵਿੱਚ ਸਭ ਤੋਂ ਪਹਿਲਾਂ ਉਪਦੇਸ਼ ਨਿਰਧਾਰਿਤ ਕੀਤੇ ਜਾਂਦੇ ਹਨ, ਬਾਅਦ ਵਿੱਚ ਵਿਸ਼ਿਆਂ ਦੀ ਚੋਣ ਕੀਤੀ ਜਾਂਦੀ ਹੈ। ਸਮੁੱਚੀ ਸਿੱਖਿਆ ਦੇ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਸਮਾਜਿਕ ਅਧਿਐਨ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਮਾਜਿਕ ਅਧਿਐਨ ਵਿੱਚ ਸਮਾਜ ਦੇ ਪੱਖ 'ਤੇ ਹੀ ਗੱਲਬਾਤ ਜਾਂ ਉਸ ਦਾ ਹੀ ਅਧਿਐਨ ਕੀਤਾ ਜਾਂਦਾ ਹੈ। ਉੱਤਮ ਨਾਗਰਿਕਤਾ ਦਾ ਵਿਕਾਸ। ਸਮਾਜਿਕ ਅਧਿਐਨ ਦਾ ਪ੍ਰਮੁੱਖ ਉਦੇਸ਼ ਉੱਤਮ ਨਾਗਰਿਕਤਾ ਦਾ ਪ੍ਰਚਾਰ ਕਰਨਾ ਹੈ। ਸਾਡੇ ਲੋਕਤੰਤਰੀ ਦੇਸ਼ ਵਿੱਚ ਹਰ ਇੱਕ ਨਾਗਰਿਕ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਦੇਸ਼ ਦੀ ਹਰ ਇੱਕ ਮੰਗ ਨੂੰ ਪੂਰਾ ਕਰੇ ਅਤੇ ਦੇਸ਼ ਦਾ ਇੱਕ ਵਧੀਆ ਜਾਂ ਚੰਗਾ ਨਾਗਰਿਕ ਬਣ ਕੇ ਆਪਣੇ ਦੇਸ਼ ਦੀ ਰਕਸ਼ਾ ਕਰੇ। ਇਹ ਸਭ ਕੁਝ ਸਮਾਜਿਕ ਅਧਿਐਨ ਦੁਆਰਾ ਹੀ ਸੰਭਵ ਹੁੰਦਾ ਹੈ। ਸਮਾਜਿਕ ਅਧਿਐਨ ਸਾਨੂੰ ਇਹਨਾਂ ਸਮੱਸਿਆਵਾਂ ਤੋਂ ਸੁਲਝਣ ਲਈ ਜਾਗਰੂਕ ਕਰਦਾ ਹੈ ਅਤੇ ਉਸ ਦੀ ਪੂਰੀ ਜਾਣਕਾਰੀ ਸਾਨੂੰ ਦਿੰਦਾ ਹੈ। ਸਮਾਜਿਕ ਭਾਵਨਾਵਾਂ ਦਾ ਵਿਕਾਸ। ਮਨੁੱਖ ਇੱਕ ਸਮਾਜਿਕ ਜੀਵ ਹੈ। ਸਮਾਜ ਵਿੱਚ ਹੀ ਉਸ ਦਾ ਵਿਕਾਸ ਹੁੰਦਾ ਹੈ। ਸਮਾਜ ਵਿੱਚ ਹੀ ਉਹ ਜਨਮ ਲੈਂਦਾ ਹੈ। ਸਮਾਜ ਵਿੱਚ ਹੀ ਉਸ ਦੀ ਮ੍ਰਿਤੂ ਹੁੰਦੀ ਹੈ, ਜਾਣੀ ਕਿ ਉਸ ਦਾ ਅੰਤ ਹੁੰਦਾ ਹੈ। ਸਮਾਜਿਕ ਪੱਖੋਂ ਇੱਕ ਮਹੱਤਵਪੂਰਨ ਗੱਲ ਹੈ ਕਿ ਇਸ ਵਿੱਚ ਵਿਅਕਤੀ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਆਪਣੇ ਸਰਬਪੱਖੀ ਵਿਕਾਸ ਕਾਰਨ ਵਹ ਆਪਣੇ ਆਪ ਨੂੰ ਸਮਾਜ ਦੇ ਅਨੁਕੂਲ ਢਾਲਦਾ ਹੈ। ਇਸ ਵਿੱਚ ਸਮਾਜਿਕ ਅਧਿਐਨ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਕਿ ਉਹ ਵਿਅਕਤੀ ਨੂੰ ਉਸ ਦੇ ਸਾਰੇ ਉਦੇਸ਼ਾਂ ਤੋਂ ਜਾਗਰੂਕ ਕਰਵਾਵੇ। ਵਰਤਮਾਨ ਨੂੰ ਸਪਸ਼ਟ ਕਰਨਾ। ਸਮਾਜਿਕ ਅਧਿਐਨ ਦੇ ਸਿੱਖਣ ਦਾ ਇੱਕ ਹੋਰ ਉਪਦੇਸ਼ ਵਰਤਮਾਨ ਨੂੰ ਸਪਸ਼ਟ ਕਰਨਾ ਹੈ, ਕਿਉਂਕਿ ਇਹ ਸਮਾਜ ਨੂੰ ਸੰਸਾਰ ਦੀ ਚੰਗੀ ਤਰ੍ਹਾਂ ਸਮਰਪਿਤ ਹੈ। ਕਿਉਂਕਿ ਸਾਰੀ ਜਾਣਕਾਰੀ ਆਧੁਨਿਕ ਸੰਸਾਰ ਦੀ ਸਮਾਜ ਵਿੱਚ ਚੰਗੀ ਤਰ੍ਹਾਂ ਸਮਰਪਿਤ ਹੈ। ਸੰਸਾਰ ਮੌਜੂਦਾ ਸਮੇਂ ਵਿੱਚ ਵਿਆਪਕ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਵਿੱਚ ਲਾਜ਼ਮੀ ਹੋ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਉਹਨਾਂ ਸਾਰੀਆਂ ਸਮੱਸਿਆਵਾਂ ਜਾਂ ਉਨੀਆਂ ਸਾਰੀਆਂ ਮੁਸੀਬਤਾਂ ਤੋਂ ਜਾਣੂ ਕਰਵਾਇਆ ਜਾ ਸਕੇ ਤਾਂ ਕਿ ਉਹ ਵੀ ਇੰਨੀਆਂ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਸਮਾਜਿਕ ਅਧਿਐਨ ਦਾ ਪ੍ਰਮੁੱਖ ਉਦੇਸ਼ ਬਣਦਾ ਹੈ ਕਿ ਵਰਤਮਾਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਪਸ਼ਟ ਵਰਣਨ ਕਰਨਾ, ਵਿਸ਼ੇ ਵਿੱਚ ਰੁਚੀ ਪੈਦਾ ਕਰਨਾ। ਮਨੁੱਖੀ ਜੀਵਨ ਵਿੱਚ ਸਮਾਜਿਕ ਅਧਿਐਨ ਵਿਸ਼ੇ ਦੀ ਆਪਣੀ ਵਿਸ਼ੇਸ਼ ਮਹੱਤਤਾ ਹੁੰਦੀ ਹੈ, ਕਿਉਂਕਿ ਕਿਸੇ ਵੀ ਵਿਸ਼ੇ ਜਾਂ ਮਾਧਿਅਮ ਰਾਹੀਂ ਉਹ ਭੂਤਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਭਵਿੱਖ ਲਈ ਸੇਧ ਪ੍ਰਾਪਤ ਕਰਦਾ ਹੈ। ਸਮਾਜਿਕ ਅਧਿਐਨ ਭੂਗੋਲ, ਇਤਿਹਾਸ, ਨਾਗਰਿਕ ਸ਼ਾਸਤਰ, ਅਰਥ ਸ਼ਾਸਤਰ ਮਹੱਤਵਪੂਰਨ ਵਿਸ਼ੇ ਮੰਨੇ ਜਾਂਦੇ ਹਨ, ਲੇਕਿਨ ਸਾਨੂੰ ਅਜਿਹੇ ਵਿਸ਼ਿਆਂ ਦਾ ਚੁਣਾਵ ਕਰਨਾ ਚਾਹੀਦਾ ਹੈ ਜਿਸ ਦਾ ਸੰਬੰਧ ਮਨੁੱਖ ਨਾਲ ਹੋਵੇ, ਕਿਉਂਕਿ ਇਸ ਦੇ ਅਧਿਐਨ ਤੋਂ ਬਾਅਦ ਮਨੁੱਖ ਇੱਕ ਨਾਗਰਿਕ ਸਟੱਡੀ ਤੋਂ ਜਾਂ ਪੜ੍ਹਾਈ ਤੋਂ ਸਿੱਖਿਆ ਤੋਂ ਬਾਅਦ ਮਨੁੱਖ ਇੱਕ ਦੇਸ਼ ਦਾ ਜਾਂ ਰਾਸ਼ਟਰ ਦਾ ਜ਼ਿੰਮੇਦਾਰ ਨਾਗਰਿਕ ਬਣ ਸਕੇ। ਉਹਨਾਂ ਨੂੰ ਇਸ ਤਰ੍ਹਾਂ ਸਮਾਜਿਕ ਅਧਿਐਨ ਦਾ ਇੱਕ ਉਦੇਸ਼ ਹੁੰਦਾ ਹੈ ਕਿ ਵਿਦਿਆਰਥੀ ਵਿੱਚ ਚੰਗੇ ਵਿਸ਼ਿਆਂ ਦੀ ਰੁਚੀ ਪੈਦਾ ਕਰੇ। ਭੂਤਕਾਲ ਅਤੇ ਵਰਤਮਾਨ ਨੂੰ ਸਮਝਣਾ। ਸਮਾਜਿਕ ਅਧਿਐਨ ਦੁਆਰਾ ਵਿਦਿਆਰਥੀ ਨੂੰ ਇਸ ਯੋਗ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਭੂਤਕਾਲ ਅਤੇ ਵਰਤਮਾਨ ਵਿਚਾਲੇ ਸੰਬੰਧ ਸਥਾਪਿਤ ਕਰ ਸਕੇ, ਕਿਉਂਕਿ ਉਹ ਭੂਤਕਾਲ 'ਤੇ ਆਧਾਰਿਤ ਹੋ ਕੇ ਵਰਤਮਾਨ ਵਿੱਚ ਆਉਣ ਵਾਲੀ ਸਮੱਸਿਆਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕੇ, ਉਹਨਾਂ ਤੋਂ ਜਾਗਰੂਕ ਹੋ ਕੇ ਉਹਨਾਂ ਨੂੰ ਸੁਲਝਾ ਸਕੇ। ਇਸੇ ਤਰ੍ਹਾਂ ਦੇਖੋ, ਜਿਵੇਂ ਇੱਕ ਡਾਕਟਰ ਵੀ ਬਿਮਾਰੀ ਦਾ ਹੱਲ ਲੱਭਣ ਤੋਂ ਪਹਿਲਾਂ ਬਿਮਾਰੀ ਦੇ ਪੈਦਾ ਹੋਣ ਦੇ ਕਾਰਨਾਂ ਨੂੰ ਖੋਜਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਵਿਦਿਆਰਥੀ ਨੂੰ ਵੀ ਵਰਤਮਾਨ ਵਿੱਚ ਜਾਣ ਤੋਂ ਪਹਿਲਾਂ ਭੂਤਕਾਲ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਜਾਂ ਇਹਨਾਂ ਸਾਰਿਆਂ ਦੇ ਅਧਿਐਨ ਨੂੰ ਸਮਾਜਿਕ ਅਧਿਐਨ ਹੀ ਜਾਗਰੂਕ ਕਰਵਾਉਂਦਾ ਹੈ। ਗਿਆਨਾਤਮਕ ਉਪਦੇਸ਼। ਗਿਆਨਾਤਮਕ ਉਪਦੇਸ਼ ਅਧੀਨ ਵਿਦਿਆਰਥੀ ਸਮਾਜਿਕ ਅਧਿਐਨ ਨਾਲ ਸੰਬੰਧਿਤ ਤੱਤਾਂ, ਧਾਰਨਾਵਾਂ, ਸਿਧਾਂਤਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਦਾ ਵੀ ਗਿਆਨਾਤਮਕ ਅਧਿਐਨ ਕਰਦਾ ਹੈ, ਕਿਉਂਕਿ ਉਹਨਾਂ ਦਾ ਇਹ ਗਿਆਨ ਸਾਰੇ ਪੱਖਾਂ ਤੋਂ ਲਾਜ਼ਮੀ ਹੁੰਦਾ ਹੈ, ਕਿਉਂਕਿ ਸਮਾਜਿਕ ਅਧਿਐਨ ਵਿੱਚ ਵਿਦਿਆਰਥੀਆਂ ਨੂੰ ਸਾਰੇ ਪੱਖਾਂ ਦਾ ਵਿਕਾਸ ਹੋਣਾ ਲਾਜ਼ਮੀ ਹੈ ਜਾਂ ਜ਼ਰੂਰੀ ਹੈ। ਉੱਤਮ ਚਰਿੱਤਰ ਦਾ ਵਿਕਾਸ। ਸਮਾਜਿਕ ਵਿਗਿਆਨ ਆਪਣੇ ਅਧਿਆਪਨ ਰਾਹੀਂ ਬੱਚਿਆਂ ਵਿੱਚ ਚੰਗੇ ਗੁਣਾਂ ਦਾ ਵਿਕਾਸ ਕਰਦਾ ਹੈ, ਕਿਉਂਕਿ ਇਹ ਚੰਗੇ ਗੁਣਾਂ ਦਾ ਵਿਕਾਸ ਕਰਕੇ ਹੀ ਵਹ ਸਮਾਜ ਦਾ ਇੱਕ ਚੰਗਾ ਨਾਗਰਿਕ ਬਣਨ ਦੀ ਸਲਾਹ ਦਿੰਦਾ ਹੈ। ਸਮਾਜਿਕ ਅਧਿਐਨ ਅੰਤਰਗਤ ਮਹਾਂਪੁਰਸ਼ਾਂ, ਸਾਧੂ ਸੰਤਾਂ, ਸਮਾਜ ਸੁਧਾਰਕਾਂ ਅਤੇ ਲੀਡਰਾਂ ਦੇ ਉਪਦੇਸ਼ਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ ਤਾਂ ਕਿ ਵਿਦਿਆਰਥੀ ਉਹਨਾਂ ਤੋਂ ਸਮਝੇ ਜਾਂ ਉਹਨਾਂ ਦਾ ਪ੍ਰਭਾਵ ਆਪਣੇ ਚਰਿੱਤਰ ਉੱਤੇ ਪਵੇ ਤਾਂ ਉਸ ਦਾ ਵਿਆਪਕ ਪ੍ਰਭਾਵ ਪੈਂਦਾ ਹੈ, ਕਿਉਂਕਿ ਬੱਚਾ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ ਕਿ ਮਹਾਤਮਾ ਗਾਂਧੀ ਤੋਂ ਅਸੀਂ ਕੁਛ ਸਿੱਖਦੇ ਹਾਂ, ਰਵਿੰਦਰਨਾਥ ਟੈਗੋਰ ਤੋਂ ਅਸੀਂ ਸਾਹਿਤਯ ਬਾਰੇ ਸਿੱਖਦੇ ਹਾਂ, ਜਾਣੀ ਕਿ ਵੱਡੇ ਮਹਾਂਪੁਰਸ਼ਾਂ ਤੋਂ ਉਹਨਾਂ ਦਾ ਜੀਵਨ ਦਾ ਪ੍ਰਭਾਵ ਸਾਡੇ ਜੀਵਨ ਉੱਤੇ ਪੈਣਾ ਲਾਜ਼ਮੀ ਹੈ। ਆਦਤਾਂ ਅਤੇ ਹੁਨਰਾਂ ਦਾ ਵਿਕਾਸ।
ਸਮਾਜਿਕ ਅਧਿਐਨ ਵਿੱਚ ਆਦਤਾਂ ਅਤੇ ਹੁਨਰਾਂ ਨੂੰ ਵਿਸ਼ੇਸ਼ ਸਥਾਨ ਦਿੱਤੀ ਗਈ ਹੈ, ਕਿਉਂਕਿ ਸਮਾਜਿਕ ਅਧਿਐਨ ਸਾਡਾ ਉਦੇਸ਼ ਅਧਿਐਨ ਸੰਬੰਧੀ ਆਦਤਾਂ ਦਾ ਵਿਕਾਸ ਕਰਨਾ ਨਹੀਂ ਹੈ। ਕਿਉਂਕਿ ਸਮਾਜਿਕ ਅਧਿਐਨ ਦਾ ਵਿਸ਼ਾ ਜਿਹੜਾ ਅਧਿਐਨ ਹੈ ਉਹ ਆਦਤਾਂ ਦਾ ਵਿਕਾਸ ਕਰਨਾ ਨਹੀਂ ਹੈਗਾ, ਸਗੋਂ ਪਾਠ ਪੁਸਤਕ ਦੇ ਅਧਿਐਨ ਤੋਂ ਲੈ ਕੇ ਵੱਖ-ਵੱਖ ਪ੍ਰਕਾਰ ਦੀਆਂ ਹਾਲਤਾਂ ਵਿੱਚ ਭਾਵਨਾ ਨੂੰ ਕੰਟਰੋਲ ਕਰਨ ਦੀ ਆਦਤ ਤੇ ਨਿਰਮਾਣ ਕਰਨਾ ਹੈ। ਜਾਣੀ ਕਿ ਜਿਹੜਾ ਸਮਾਜਿਕ ਅਧਿਐਨ ਆ ਉਹ ਸਾਡੀ ਮਤਲਬ ਆਦਤਾਂ ਨੂੰ ਬੜਾਵਾ ਨਹੀਂ ਦਿੰਦਾ ਹੈਗਾ, ਬਾਕੀ ਸਾਡੀਆਂ ਜਿਹੜੀਆਂ ਭਾਵਨਾ ਜਾਂ ਆਦਤਾਂ ਹੁੰਦੀਆਂ ਹਨ ਉਹਨਾਂ ਨੂੰ ਛੱਡਣ, ਜਾਣੀ ਕਿ ਉਹਨਾਂ ਦੇ ਉੱਤੇ ਕੰਟਰੋਲ ਰੱਖਣ ਦੀ ਸਾਨੂੰ ਹਿੰਮਤ ਦਿੰਦਾ ਹੈ, ਉਹਨਾਂ ਚੀਜ਼ਾਂ ਦਾ ਨਿਰਮਾਣ ਕਰਦਾ ਹੈ। ਉਚਿਤ ਦ੍ਰਿਸ਼ਟੀਕੋਣ ਦਾ ਵਿਕਾਸ। ਸਮਾਜਿਕ ਅਧਿਐਨ ਦਾ ਮੁੱਖ ਵਿਸ਼ਾ ਉਚਿਤ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ ਹੈ। ਇਹ ਜ਼ਰੂਰੀ ਹੈ ਕਿਉਂਕਿ ਮਨੁੱਖ ਦਾ ਵਿਵਹਾਰ ਮਹੱਤਵਪੂਰਨ ਹਿੱਸਾ ਹੈ। ਦ੍ਰਿਸ਼ਟੀਕੋਣ ਬੌਧਿਕ ਅਤੇ ਭਾਵਨਾਤਮਕ ਦੋਨੇ ਤਰ੍ਹਾਂ ਦਾ ਹੋ ਸਕਦਾ ਹੈ, ਕਿਉਂਕਿ ਵਿਦਿਆਰਥੀ ਜਾਂ ਉਹਦਾ ਭੌਤਿਕ ਅਤੇ ਭਾਵਨਾਤਮਕ ਤਰੀਕੇ ਨਾਲ ਹੋ ਸਕਦਾ, ਕਿਉਂਕਿ ਉਹਦੇ ਵਿੱਚ ਭਾਵੁਕ ਵੀ ਹੋ ਸਕਦਾ ਹੈ, ਜਦੋਂ ਕਿ ਭਾਵਨਾਤਮਕ ਦ੍ਰਿਸ਼ਟੀਕੋਣ ਵਿੱਚ ਈਰਖਾ, ਨਾਫਰਮਾਨੀ, ਬੁਰਾ ਵਿਵਹਾਰ ਆਦਿ ਸ਼ਾਮਲ ਹੁੰਦੇ ਹਨ, ਕਿਉਂਕਿ ਉਹ ਵਿੱਚ ਭਾਵਨਾ 'ਚ ਬਹਿ ਕੇ ਉਹ ਇਹੋ ਜਿਹੇ ਵਿਵਹਾਰ ਕਰਦਾ। ਇਹਨਾਂ ਦ੍ਰਿਸ਼ਟੀਕੋਣਾਂ ਵਿੱਚ ਦੋਨੋਂ ਦ੍ਰਿਸ਼ਟੀਕੋਣ ਵਿਦਿਆਰਥੀਆਂ ਵਿੱਚ ਪਾਏ ਜਾਂਦੇ ਹਨ, ਜਾਣੀ ਕਿ ਇੱਕ ਚੰਗੇ ਅਧਿਆਪਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਵਿੱਚ ਇਹ ਦੋਨੋਂ ਤਰ੍ਹਾਂ ਦੇ ਵਿਵਹਾਰ ਦਾ ਸੰਯੋਜਨ ਬਣਾਏ ਰੱਖੇ, ਕਿਉਂਕਿ ਕਈ ਵਾਰ ਬੱਚਿਆਂ ਵਿੱਚ ਈਰਖਾ ਜਾਂ ਨਾਫਰਮਾਨੀ ਜਾਂ ਬੁਰਾ ਵਿਵਹਾਰ ਸ਼ਾਮਲ ਹੋ ਜਾਂਦਾ ਹੈ। ਅਧਿਆਪਕ ਦੀ ਇੱਕ ਇਹ ਭੂਮਿਕਾ ਹੁੰਦੀ ਹੈ ਕਿ ਇਹ ਇਸ ਦੇ ਅਧਿਐਨ ਰਾਹੀਂ ਇੰਨੀਆਂ ਗੱਲਾਂ ਨੂੰ ਦੂਰ ਕਰਨ ਬੱਚਿਆਂ ਦੀਆਂ। ਵਿਰਸੇ ਅਤੇ ਸਮਾਜਿਕ ਸਮੱਸਿਆਵਾਂ ਦਾ ਗਿਆਨ। ਸਮਾਜਿਕ ਅਧਿਐਨ ਦੇ ਅਧਿਆਪਨ ਵਿੱਚ ਹੋਰ ਬੱਚਿਆਂ ਨੂੰ ਉਹਨਾਂ ਨੂੰ ਵਿਰਸੇ ਨਾਲ ਵੀ ਜੋੜਦਾ ਹੈ, ਉਹਨਾਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ, ਕਿਉਂਕਿ ਸਮਾਜਿਕ ਅਧਿਐਨ ਵਿੱਚ ਸਮਾਜ ਦਾ ਅਧਿਐਨ ਕੀਤਾ ਜਾਂਦਾ ਹੈ, ਉਹਨਾਂ ਦੀਆਂ ਸਮੱਸਿਆਵਾਂ ਤੋਂ ਉਹਨਾਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ। ਸਮਾਜਿਕ ਅਧਿਐਨ ਰਾਹੀਂ ਬੱਚਿਆਂ ਵਿੱਚ ਇਹ ਸਮਾਜ ਵਿੱਚ ਹੋਣ ਵਾਲੀਆਂ ਸਮੱਸਿਆ ਨੂੰ ਜਾਗਰੂਕ ਕਰਵਾ ਕੇ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਕਿ ਉਹ ਆਪਣੇ ਸੱਭਿਆਚਾਰ ਜਾਂ ਵਿਰਸੇ ਨੂੰ ਬਣਾਏ ਰੱਖਣ ਅਤੇ ਉਸ ਨਾਲ ਉਸ ਵਿੱਚ ਆਪਸੀ ਭਾਈਚਾਰਾ, ਰਾਸ਼ਟਰ ਭਗਤੀ ਦੇ ਗੁਣ ਪੈਦਾ ਹੋਣ। ਅੱਗੇ ਅਸੀਂ ਨੇ 10 ਕਰ ਲਿਆ। ਅੱਗੇ ਦੇਖੋ ਜੀ ਲੋਕਤੰਤਰੀ ਗੁਣਾਂ ਦਾ ਵਿਕਾਸ। ਇਸ ਵਿੱਚ ਲੋਕਤੰਤਰੀ ਗੁਣਾਂ ਦੇ ਬਾਰੇ ਗੱਲ ਕੀਤੀ ਗਈ ਹੈ। ਸਿਰਜਣਾਤਮਕ ਚੇਤਨਾ ਦਾ ਵਿਕਾਸ। ਇਸ ਵਿੱਚ ਬੱਚੇ ਦਾ ਸਿਰਜਣਾਤਮਕ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ, ਇਸ ਗੱਲ ਦਾ ਵਿਕਾਸ ਕੀਤਾ ਗਿਆ ਹੈ। ਕਲਪਨਾ ਸ਼ਕਤੀ ਦਾ ਵਿਕਾਸ। ਕਿ ਸਮਾਜਿਕ ਅਧਿਐਨ ਸਾਨੂੰ ਭੂਤਕਾਲ ਦੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਵਿੱਚ ਸਚਾਈ ਨਾਲ ਕਰਦਾ ਹੈ। ਇਸ ਵਿੱਚ ਕਲਪਨਾ ਸ਼ਕਤੀ ਦਾ ਵੀ ਵਿਕਾਸ ਹੁੰਦਾ ਹੈ। ਤਰਕ ਜਾਂ ਆਲੋਚਨਾਤਮਕ ਸ਼ਕਤੀ ਦਾ ਵਿਕਾਸ। ਵਰਤਮਾਨ ਦਾ ਗਿਆਨ। ਅਣਹੱਥ ਭਾਵਨਾ ਦਾ ਵਿਕਾਸ। ਸਮਾਜ ਦੇ ਨਾਲ ਰਹਿਣ ਦੀ ਕਲਾ। ਸ਼ਖਸੀਅਤ ਦਾ ਵਿਕਾਸ। ਰਾਸ਼ਟਰੀ ਪਛਾਣ ਅਤੇ ਏਕਤਾ।